ਜਸ ਲਰਨਿੰਗ ਚੈਨਲ ਦੇ ਵਿੱਚ ਆਪ ਜੀ ਸਾਰਿਆਂ ਦਾ ਬਹੁਤ ਸਵਾਗਤ ਹੈ। ਜਿੰਨੇ ਵੀ ਪੰਜਾਬ ਦੇ ਸਟੂਡੈਂਟਸ ਨੇ ਪੋਲੀਟੀਕਲ ਸਾਇੰਸ ਦੇ ਅਤੇ ਉਹਨਾਂ ਦੇ ਲੈਕਚਰ ਸਹਿਬਾਨ ਅਧਿਆਪਕ ਸਹਿਬਾਨ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ, ਜਿਨ੍ਹਾਂ ਨੇ ਮੈਨੂੰ ਇੰਨਾ ਮੋਟੀਵੇਟ ਕੀਤਾ। ਦੁਬਾਰਾ ਫਿਰ ਅੱਜ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹਾਂ। ਉਮੀਦ ਹੈ ਜਿਵੇਂ ਤੁਸੀਂ ਬਾਕੀ ਸਾਰੇ ਚੈਪਟਰਸ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ, ਲਗਾਵ ਦਿੱਤਾ ਹੈ, ਉਸੇ ਤਰੀਕੇ ਨਾਲ ਇਸ ਚੈਪਟਰ ਨੂੰ ਵੀ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਮੈਨੂੰ ਰਿਸਪੌਂਸ ਦਵੋਗੇ। ਜਿਵੇਂ ਕਿ ਮੈਂ ਪਹਿਲੇ ਲੈਕਚਰ ਵਿੱਚ ਵੀ ਕਿਹਾ ਸੀਗਾ ਕਿ ਇਹ ਚੈਨਲ ਜਸ ਲਰਨਿੰਗ ਚੈਨਲ ਇਹ ਮੇਰਾ ਨਹੀਂ ਹੈ, ਇਹ ਮੇਰਾ ਉਹਨਾਂ तमाम ਸਟੂਡੈਂਟਸ ਦਾ ਹੈ ਜੋ ਪੋਲੀਟੀਕਲ ਸਾਇੰਸ ਪੜ੍ਹਦੇ ਹਨ। ਸੋ ਅੱਜ ਆਪਾਂ ਜਿਸ ਟੌਪਿਕ ਤੇ ਗੱਲ ਕਰਾਂਗੇ ਉਸ ਦਾ ਭਾਵ ਹੈ ਸਮਾਨਤਾ, ਇਕੁਐਲਿਟੀ। हिंदुस्तान के बच्चे जो सुन रहे हैं ਜਾਂ ਜਿਵੇਂ मैं हाँ जो पढ़ा रही हाँ, ਅਸੀਂ बहुत ही ज़्यादा खुशकिस्मत हाँ कि ਜਦੋਂ ਅਸੀਂ पैदा ਹੋਏ ਸਾਨੂੰ ਨਾਲ ਦੀ ਨਾਲ ਹੀ मौलिक अधिकार मिल गए। सब तो पहला मौलिक अधिकार 14 ਤੋਂ ਲੈ ਕੇ 18 तक समानता ਦਾ अधिकार है, जिस ਦੇ ਵਿੱਚ ਸਾਨੂੰ समानता ਬਾਰੇ ਦੱਸਿਆ ਗਿਆ ਹੈ कि ਅਸੀਂ ਸਾਰੇ ਬਿਨਾਂ ਕਿਸੇ ਭੇਦਭਾਵ ਦੇ ਕਾਨੂੰਨ ਸਾਹਮਣੇ ਸਮਾਨ ਹਾਂ। ਸਾਨੂੰ ਸਾਰਿਆਂ ਨੂੰ ਸਰਵਜਨਿਕ ਨੌਕਰੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ। ਛੂਆ-ਛੂਤ ਜਿਸ ਦਾ ਖਾਤਮਾ ਸੰਵਿਧਾਨ ਨੇ ਕੀਤਾ ਹੈ। ਠੀਕ ਹੈ, ਸੋ ਇਸ ਕਰਕੇ ਇਹ ਚੈਪਟਰ ਜੋ ਹੈ ਸਮਾਨਤਾ, ਇਸ ਦਾ ਅਰਥ ਅਤੇ ਇਸ ਦੀਆਂ ਕਿਸਮਾਂ ਬਾਰੇ ਅੱਜ ਅਸੀਂ ਪੜਾਂਗੇ। ਬੇਟੇ ਸਮਾਨਤਾ, ਸਾਰਿਆਂ ਨੂੰ ਸਮਾਨ ਮੰਨਣਾ, ਇਹ ਇੱਕ ਦਿਨ ਦੇ ਵਿੱਚ ਪੈਂਡਾ ਪੂਰਾ ਨਹੀਂ ਹੋਇਆ। ਇਸ ਨੂੰ ਤੈਅ ਕਰਨ ਲੱਗਿਆ, ਇਸ ਪੈਂਡੇ ਨੂੰ ਤੈਅ ਕਰਨ ਲੱਗਿਆ, ਸਾਰੇ ਸਮਾਜ ਦੇ ਵਿੱਚ ਸਮਾਨਤਾ ਲਿਆਉਣ ਲੱਗਿਆ। ਸਾਡੇ ਪੂਰਵਜਾਂ ਨੂੰ, ਸਾਡੇ ਜਿਹੜੇ ਕਹਿ ਲਓ ਕਿ ਦੇਸ਼ ਭਗਤ ਸੀ, ਦੁਨੀਆ ਦੇ तमाम ਲੋਕਾਂ ਨੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕੀਤੇ। ਪਤਾ ਨਹੀਂ ਕਿੰਨਿਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਕਿੰਨਿਆਂ ਨੇ ਜੇਲਾਂ ਕੱਟੀਆਂ ਅਤੇ ਕਿੰਨਿਆਂ ਨੇ ਪਤਾ ਨਹੀਂ ਕਿਹੜਾ ਤਸ਼ੱਦਦ ਸਿਆ ਹੋਏਗਾ, ਸਿਰਫ ਇੱਕ ਬਰਾਬਰਤਾ ਵਾਸਤੇ, ਸਿਰਫ ਇੱਕ ਗੱਲ ਵਾਸਤੇ ਕਿ ਸਮਾਜ ਵਿੱਚ ਸਾਰੇ ਵਿਅਕਤੀਆਂ ਨਾਲ ਸਮਾਨ ਵਿਵਹਾਰ ਕੀਤਾ ਜਾਵੇ। ਇਸ ਸੰਬੰਧ ਦੇ ਵਿੱਚ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਕ੍ਰਾਂਤੀਆਂ ਹੋਈਆਂ ਨੇ। ਅਮਰੀਕਾ ਦੇ ਵਿੱਚ 1776 ਦੇ ਵਿੱਚ ਕ੍ਰਾਂਤੀ ਹੋਈ, ਜਿਸ ਦੇ ਵਿੱਚ ਅਮਰੀਕਾ ਦੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਗਈ। ਉਸ ਦੇ ਵਿੱਚ ਵੀ ਇਹ ਦੱਸਿਆ ਗਿਆ ਕਿ ਅਸੀਂ ਇਸ ਸੱਚਾਈ ਨੂੰ ਪੂਰਨ ਤੌਰ ਤੇ ਸਵੀਕਾਰ ਕਰਦੇ ਹਾਂ ਕਿ ਸਭ ਮਨੁੱਖ ਸਮਾਨ ਬਣਾਏ ਗਏ ਹਨ। ਸੋ ਅਮਰੀਕਾ ਜਿਹੜਾ ਕਿ 1776 ਦੇ ਵਿੱਚ ਆਜ਼ਾਦ ਹੋਇਆ ਸੀਗਾ, ਉਸਨੇ ਵੀ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣ ਦਾ ਜਿਹੜਾ ਸੰਵਿਧਾਨ ਸੀਗਾ ਉਹ ਪਾਸ ਕੀਤਾ। ਉਸ ਤੋਂ ਬਾਅਦ ਬੇਟਾ ਸਾਡੇ ਕੋਲ 1789 ਦੇ ਵਿੱਚ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ, ਜਿਹੜੀ ਜਿਸਨੂੰ ਆਪਾਂ ਫ੍ਰੈਂਚ ਰੈਵੋਲੂਸ਼ਨ ਦੇ ਨਾਮ ਨਾਲ ਜਾਣਦੇ ਹਾਂ। ਇਸ ਕ੍ਰਾਂਤੀ ਦੇ ਵਿੱਚ ਇਹ ਕਿਹਾ ਗਿਆ ਕਿ ਮਨੁੱਖ ਸੁਤੰਤਰ ਅਤੇ ਸਮਾਨ ਪੈਦਾ ਹੁੰਦੇ ਹਨ ਅਤੇ ਉਹ ਅਧਿਕਾਰਾਂ ਦੇ ਸੰਬੰਧ ਵਿੱਚ ਸਦਾ ਸੁਤੰਤਰ ਅਤੇ ਸਮਾਨ ਰਹਿੰਦੇ ਹਨ। ਕਹਿਣ ਦਾ ਭਾਵ ਕਿ ਮਨੁੱਖਾਂ ਨਾਲ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ, ਉਹ ਸਾਰੇ ਇੱਕ ਬਰਾਬਰ ਹੁੰਦੇ ਹਨ। ਪ੍ਰੋਫੈਸਰ ਆਸ਼ੀਰਵਾਦਮ ਜੀ ਨੇ ਬਹੁਤ ਸੋਹਣੀ ਇੱਕ ਡੈਫੀਨੇਸ਼ਨ ਦਿੱਤੀ ਹੈ ਕਿ ਫਰਾਂਸ ਦੇ ਕ੍ਰਾਂਤੀਕਾਰੀ ਨਾ ਤਾਂ ਪਾਗਲ ਸਨ ਨਾ ਹੀ ਮੂਰਖ ਸਨ। ਉਹਨਾਂ ਨੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਨਾਅਰਾ ਲਾਇਆ। ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਸੁਤੰਤਰਤਾ ਨੂੰ ਅਸਲੀ ਬਣਾਉਣ ਲਈ ਸਮਾਨਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਮਾਨਤਾ ਤੋਂ ਬਿਨਾਂ ਕੋਈ ਵੀ ਦੇਸ਼, ਖਾਸ ਕਰਕੇ ਲੋਕਤੰਤਰੀ ਦੇਸ਼ ਕਾਮਯਾਬ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਉਹ ਆਪਣੇ ਨਾਗਰਿਕਾਂ ਨੂੰ ਬਰਾਬਰ ਨਹੀਂ ਕਰਦੇ ਜਾਂ ਬਰਾਬਰ ਦਾ ਅਧਿਕਾਰ ਨਹੀਂ ਦਿੰਦੇ। ਸੋ ਇਹ ਜੋ ਦੋ ਦੇਸ਼ ਨੇ ਜਿਨ੍ਹਾਂ ਨੇ ਸਮਾਨਤਾ ਵਾਸਤੇ, ਸੁਤੰਤਰਤਾ ਵਾਸਤੇ ਇੰਨਾ ਜ਼ਿਆਦਾ ਸੰਘਰਸ਼ ਕੀਤਾ, ਅਮਰੀਕਾ ਨੇ ਅਤੇ ਫਰਾਂਸ ਨੇ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਅਤੇ ਅਸੀਂ ਜੋ ਇਸ ਟਾਈਮ ਸੁਣ ਰਹੇ ਹਾਂ ਜਾਂ ਪੜ੍ਹ ਰਹੇ ਹਾਂ ਬਹੁਤ ਲੱਕੀ ਹਾਂ
ਕਿ ਸਾਨੂੰ ਜੰਮਦਿਆਂ ਸਾਰ ਹੀ ਇਹ ਅਧਿਕਾਰ ਪ੍ਰਾਪਤ ਹੋ ਗਿਆ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸਮਾਨਤਾ ਦਾ ਅਰਥ ਕੀ ਹੈ। ਬੇਟੇ ਇਸ ਦਾ ਅਰਥ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਦਿੱਤਾ ਹੈ। ਕੋਈ ਕਹਿੰਦਾ ਹੈ ਕਿ ਸਾਰੇ ਵਿਅਕਤੀ ਸਮਾਨ ਹਨ, ਪਰ ਫਿਰ ਕਈ ਵਿਦਵਾਨ ਕਹਿੰਦੇ ਹਨ ਕਿ ਨਹੀਂ, ਸਾਰੇ ਵਿਅਕਤੀ ਸਮਾਨ ਨਹੀਂ ਹਨ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਕਲਾਸ ਦੇ ਵਿੱਚ 40 ਬੱਚੇ ਬੈਠੇ ਨੇ ਜਾਂ 30 ਬੱਚੇ ਬੈਠੇ ਹੁੰਦੇ ਨੇ, ਤਾਂ ਜਦੋਂ ਵੀ ਅਧਿਆਪਕ ਸਾਹਿਬਾਨ ਪੜ੍ਹਾ ਰਹੇ ਹੁੰਦੇ ਹਨ, ਉਸੇ ਹੀ ਟੌਪਿਕ ਨੂੰ ਕਈ ਸਟੂਡੈਂਟ 1 ਮਿੰਟ ਵਿੱਚ ਜਾਂ ਕਹਿ ਲਓ ਕੁਝ ਪਲਾਂ ਵਿੱਚ ਹੀ ਕੈਚ ਕਰ ਲੈਂਦੇ ਹਨ, ਸਮਝ ਲੈਂਦੇ ਹਨ। ਕੁਝ ਨੂੰ ਥੋੜੀ ਦੇਰ ਬਾਅਦ ਸਮਝ ਆਉਂਦੀ ਹੈ ਅਤੇ ਕੁਝ ਸਟੂਡੈਂਟਸ ਨੂੰ ਬਹੁਤ ਦੇਰ ਬਾਅਦ ਸਮਝ ਆਉਂਦੀ ਹੈ। ਸੋ ਕਲਾਸ ਦੇ ਵਿੱਚ ਵੀ ਜਿਹੜੇ ਸਾਰੇ ਸਟੂਡੈਂਟਸ ਹੁੰਦੇ ਨੇ ਉਹ ਬਰਾਬਰ ਨਹੀਂ ਹੁੰਦੇ। ਕਈ ਬੱਚੇ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੁੰਦੇ ਨੇ, ਕਈ ਬੱਚੇ ਖੇਡਾਂ ਵਿੱਚ ਇੰਟੈਲੀਜੈਂਟ ਹੁੰਦੇ ਹਨ, ਕਈ ਸਟੂਡੈਂਟਸ ਕੰਪੀਟੀਸ਼ਨ ਵਿੱਚ ਅੱਗੇ ਹੁੰਦੇ ਹਨ, ਉਹਨਾਂ ਨੂੰ ਡਰਾਇੰਗ ਦਾ ਬੜਾ ਸ਼ੌਂਕ ਹੁੰਦਾ ਹੈ, ਉਹ ਡਰਾਇੰਗ ਦੇ ਵਿੱਚ ਅੱਗੇ ਹੁੰਦੇ ਹਨ। ਸੋ ਇਸ ਕਰਕੇ ਫਿਰ ਅਸੀਂ ਸਮਾਨ ਕਿਸ ਨੂੰ ਮੰਨਾਂਗੇ? ਸਮਾਨ ਦਾ ਫਿਰ ਕੀ ਮਤਲਬ ਹੋਇਆ? ਇਹ ਬੜਾ ਕੁਐਸਚਨ ਜਿਹੜਾ ਹੈ ਉਹ ਬੜਾ ਇੱਕ ਡਿਫਰੈਂਟ ਕੁਐਸਚਨ ਹੈ ਕਿ ਫਿਰ ਸਮਾਨ ਦਾ ਕੀ ਮਤਲਬ ਹੈ। ਸੋ ਇੱਥੇ ਆਪਾਂ ਇਹ ਗੱਲ ਕਵਾਂਗੇ ਕਿ ਸਮਾਨਤਾ ਦੇ ਅਰਥ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਦਿੱਤੇ ਹਨ। ਕਈ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਹਨ ਅਤੇ ਕਹਿੰਦੇ ਨੇ ਕਿ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ, ਪਰ ਅਸਲ ਵਿੱਚ ਸਾਰੇ ਮਨੁੱਖ ਸਮਾਨ ਨਹੀਂ ਹਨ। ਠੀਕ ਹੈ, ਹੁਣ ਇਹਦਾ ਸਹੀ ਅਰਥ ਕੀ ਹੈ? ਬੇਟੇ ਸਮਾਨਤਾ ਦਾ ਸਹੀ ਅਰਥ ਇਹ ਹੈ ਕਿ ਇਹ ਇੱਕ ਕੁਦਰਤੀ ਸਮਾਨਤਾ ਨਹੀਂ ਹੈ, ਬਲਕਿ ਇਹ ਇੱਕ ਸਮਾਜਿਕ ਸਮਾਨਤਾ ਹੈ, ਜਿਸ ਵਿੱਚ ਸਮਾਜ ਵਿੱਚ ਰਹਿੰਦੇ ਹੋਏ ਸਾਰੇ ਵਿਅਕਤੀ ਬਰਾਬਰ ਹਨ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਕਿਸੇ ਦਾ ਧਰਮ ਜਿਹੜਾ ਮਰਜ਼ੀ ਹੋਵੇ, ਜਿਹੜੀ ਮਰਜ਼ੀ ਨਸਲ ਹੋਵੇ, ਚਾਹੇ ਕੋਈ ਆਦਮੀ ਹੈ, ਚਾਹੇ ਕੋਈ ਔਰਤ ਹੈ, ਸਮਾਜ ਦੇ ਵਿੱਚ ਸਾਰਿਆਂ ਨੂੰ ਬਰਾਬਰ ਮੰਨਿਆ ਜਾਏਗਾ ਅਤੇ ਉਹਨਾਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣਗੇ। ਸਮਾਨਤਾ ਦਾ ਅਸਲ ਦੇ ਵਿੱਚ ਸਹੀ ਮਤਲਬ ਇਹੀ ਹੈ। ਜਿਵੇਂ ਕਿ ਇਕੁਐਲਿਟੀ ਐਂਡ ਡਾਇਵਰਸਿਟੀ ਹੈ, ਸਮਾਨਤਾ ਹੈ ਭਿੰਨਤਾਵਾਂ ਦੇ ਵਿੱਚ ਵੀ ਅਸੀਂ ਸਾਰੇ ਸਮਾਨ ਹਾਂ। ਚਾਹੇ ਕਿਸੇ ਦਾ ਰੰਗ ਗੋਰਾ ਹੈ, ਕਿਸੇ ਦਾ ਰੰਗ ਸਾਂਵਲਾ ਹੈ, ਕਿਸੇ ਦਾ ਰੰਗ ਪੱਕਾ ਹੈ ਜਾਂ ਕੁਝ ਵੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਨਸਲ ਦੇ ਆਧਾਰ ਤੇ ਵਿਤਕਰਾ ਕਰੀਏ ਜਾਂ ਜਾਤੀ ਦੇ ਆਧਾਰ ਤੇ ਵਿਤਕਰਾ ਕਰੀਏ, ਕਿਸੇ ਵੀ ਕਿਸਮ ਦਾ ਵਿਤਕਰਾ ਹੋਵੇ, ਲੇਕਿਨ ਉਸ ਤੋਂ ਪਹਿਲਾਂ ਸਾਡੀ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਇੱਕ ਸਮਾਨਤਾ ਦਾ ਅਧਿਕਾਰ ਦਿੱਤਾ ਹੋਇਆ ਹੈ। ਹੁਣ ਆਪਾਂ ਗੱਲ ਕਰਾਂਗੇ ਸਮਾਨਤਾ ਦੀਆਂ ਕਿਸਮਾਂ ਅਤੇ ਸਮਾਨਤਾ ਦੇ ਰੂਪ। ਬੇਟੇ ਇਸ ਨੂੰ 5 ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ, ਜਾਂ ਕਹਿ ਲਓ ਕਿ ਇਸ ਦੇ 5 ਰੂਪ ਹਨ। ਕੁਦਰਤੀ ਸਮਾਨਤਾ, ਨਾਗਰਿਕ ਸਮਾਨਤਾ, ਰਾਜਨੀਤਿਕ ਸਮਾਨਤਾ, ਸਮਾਜਿਕ ਸਮਾਨਤਾ ਅਤੇ ਆਰਥਿਕ ਸਮਾਨਤਾ। ਇਹ ਸਾਰੀਆਂ ਜਿੰਨੀਆਂ ਵੀ ਸਮਾਨਤਾਵਾਂ ਨੇ ਇਹ ਤੁਸੀਂ ਆਪਣੀ ਕਾਪੀਜ਼ ਦੇ ਉੱਪਰ ਨੋਟ ਕਰ ਸਕਦੇ ਹੈਗੇ ਹੋ। ਇੰਗਲਿਸ਼ ਦੇ ਵਿੱਚ ਵੀ ਟਾਈਪਸ ਆਫ ਇਕੁਐਲਿਟੀ ਹੈ, ਸਿਵਲ ਇਕੁਐਲਿਟੀ ਹੈ, ਪੋਲੀਟੀਕਲ ਇਕੁਐਲਿਟੀ ਹੈ, ਸੋਸ਼ਲ ਇਕੁਐਲਿਟੀ ਹੈ, ਨੈਚੁਰਲ ਇਕੁਐਲਿਟੀ ਹੈ ਅਤੇ ਇਕਨੋਮਿਕ ਇਕੁਐਲਿਟੀ ਹੈ। ਸੋ ਆਪਾਂ ਹੁਣ ਇਹਨਾਂ ਨੂੰ 1 by 1 ਕਰਕੇ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਕੁਦਰਤੀ ਸਮਾਨਤਾ। ਕੁਦਰਤ ਨੇ ਕਿਵੇਂ ਸਾਨੂੰ ਸਾਰਿਆਂ ਨੂੰ ਸਮਾਨ ਬਣਾਇਆ ਹੈ? ਜਿਵੇਂ ਤੁਸੀਂ ਕਹੋਗੇ ਕਿ ਮੈਡਮ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਸਮਾਨ ਨਹੀਂ ਹੈਗੇ, ਵੀ ਕਿਸੇ ਦੀ ਬੁੱਧੀ ਬਹੁਤ ਤੇਜ਼ ਹੈ, ਕੋਈ ਖੇਡਾਂ ਵਿੱਚ ਤੇਜ਼ ਹੈ, ਕੋਈ ਡਰਾਇੰਗ ਵਿੱਚ ਤੇਜ਼ ਹੈ, ਕੋਈ ਗਾਣੇ ਗਾਉਣ ਦੇ ਵਿੱਚ ਤੇਜ਼ ਹੈ, ਕੋਈ ਕਿਸੇ ਹੋਰ ਫੀਲਡ ਦੇ ਵਿੱਚ ਪਰਫੈਕਟ ਹੈ। ਤੇ ਹੁਣ ਮੈਂ ਕਹਿ ਰਹੀ ਹਾਂ ਕਿ ਕੁਦਰਤ ਨੇ ਸਮਾਨ ਬਣਾਇਆ ਹੈ। ਬੇਟੇ ਕੁਦਰਤ ਨੇ ਸਾਨੂੰ ਸਮਾਨ ਬਣਾਇਆ ਹੈ ਕਿ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ 2 ਅੱਖਾਂ ਦਿੱਤੀਆਂ ਨੇ। ਇਹ ਨਹੀਂ ਹੈਗਾ ਕਿ ਜੇ ਕੋਈ ਗੋਰਾ ਹੈ, ਜੇ ਕੋਈ ਅਮੀਰ ਹੈ ਤਾਂ ਉਸੇ 4 ਅੱਖਾਂ ਨੇ, ਜਾਂ ਉਸੇ 4 ਹੱਥ ਨੇ, ਜਾਂ 4 ਲੱਤਾਂ ਨੇ। ਇਸ ਕਰਕੇ ਪਰਮਾਤਮਾ ਨੇ ਸਾਨੂੰ 2, ਇੱਕ ਇਸਤਰੀ ਅਤੇ ਇੱਕ ਪੁਰਸ਼ ਨੇ, ਜਿਨ੍ਹਾਂ ਨੂੰ ਬਰਾਬਰ ਦੇ ਜਿਹੜੇ ਆਰਗਨਸ ਨੇ ਉਹ ਦਿੱਤੇ ਹੋਏ ਨੇ। ਇਹਨੂੰ ਆਪਾਂ ਕਹਿੰਦੇ ਹਾਂ ਕੁਦਰਤੀ ਸਮਾਨਤਾ। ਹੱਸਣ ਦੀ ਲੈਂਗੁਏਜ ਸਾਰੇ ਵਰਲਡ ਦੇ ਵਿੱਚ ਇੱਕੋ ਹੀ ਹੈ। ਰੋਣ ਦੀ ਲੈਂਗੁਏਜ, ਰੋਣ ਦੀ ਭਾਸ਼ਾ ਸਾਰੇ ਸਮਾਜ ਦੇ ਵਿੱਚ ਇੱਕੋ ਹੀ ਹੈ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਜਿਹੜੀ ਮਰਜ਼ੀ ਨਸਲ ਦਾ ਹੈ। ਰੋਣ ਦੀ ਆਪਣੀ ਇੱਕ ਪਰਿਭਾਸ਼ਾ ਹੈ, ਹੱਸਣ ਦੀ ਆਪਣੀ ਇੱਕ ਪਰਿਭਾਸ਼ਾ ਹੈ
ਆਪਣੀਆਂ ਫੀਲਿੰਗਸ ਨੂੰ ਦੱਸਣ ਦੀ ਆਪਣੀ ਇੱਕ ਪਰਿਭਾਸ਼ਾ ਹੈ। ਸੋ ਪਰਮਾਤਮਾ ਨੇ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਸਾਰਿਆਂ ਨੂੰ ਸਮਾਨ ਬਣਾਇਆ ਹੈ। ਕੁਦਰਤ ਨੇ ਸਭ ਮਨੁੱਖਾਂ ਨੂੰ ਬਰਾਬਰ ਪੈਦਾ ਕੀਤਾ ਹੈ, ਇਸ ਲਈ ਸਾਰਿਆਂ ਨੂੰ ਬਰਾਬਰ ਰਹਿਣਾ ਚਾਹੀਦਾ ਹੈ। ਪਰ ਇਹ ਧਾਰਨਾ ਗਲਤ ਹੈ। ਕੁਦਰਤ ਨੇ ਸਾਰਿਆਂ ਨੂੰ ਇੱਕੋ ਜਿਹਾ ਨਹੀਂ ਬਣਾਇਆ। ਉਹਨਾਂ ਦੀ ਸਰੀਰਕ ਬਣਤਰ, ਸ਼ਕਤੀ, ਬੁੱਧੀ, ਯੋਗਤਾ ਵਿੱਚ ਫਰਕ ਹੈ। ਇੱਥੇ ਜ਼ਰੂਰ ਫਰਕ ਹੈ ਕਿ ਪਰਮਾਤਮਾ ਨੇ ਸਾਨੂੰ ਸਾਰੇ ਆਰਗਨ, ਸਾਰਾ ਕੁਝ ਜੋ ਹੈ ਭਾਵੇਂ ਸੇਮ ਦਿੱਤਾ ਹੈ। ਜੇ ਕਿਸ ਦਾ ਨੱਕ ਅੱਖਾਂ ਦੇ ਕੋਲ ਹੈ ਜਾਂ ਮੂੰਹ ਨੀਚੇ ਹੈ, ਹੱਥ ਨੀਚੇ ਨੇ, ਆਪਣੇ ਪੈਰ ਨੀਚੇ ਨੇ, ਤਾਂ ਉਹ ਸਾਰਿਆਂ ਦੇ ਹੀ ਬਰਾਬਰ ਹਨ। ਠੀਕ ਹੈ, ਲੇਕਿਨ ਉਹ ਫਿਰ ਰਾਈਟਰ ਕਹਿੰਦੇ ਨੇ ਕਿ ਸਰੀਰਕ ਬਣਤਰ ਪੱਖੋਂ ਵੀ ਸਾਨੂੰ ਇੱਕੋ ਜਿਹਾ ਨਹੀਂ ਬਣਾਇਆ ਹੋਇਆ। ਠੀਕ ਹੈ, ਪਰ ਫਿਰ ਵੀ ਚਾਹੇ ਅਸੀਂ ਬਰਾਊਨ ਪੀਪਲ ਹਾਂ, ਇੰਡੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਰਾਊਨ ਪੀਪਲ ਬੋਲਦੇ ਨੇ, ਚਾਈਨਾ ਵਿੱਚ ਰਹਿਣ ਵਾਲਿਆਂ ਨੂੰ ਯੈਲੋ ਪੀਪਲ ਬੋਲਦੇ ਨੇ, ਅਤੇ ਜਿਹੜੇ ਅਫਰੀਕਾ ਦੇ ਵਿੱਚ ਕੁਝ ਕਬੀਲੇ ਨੇ ਉੱਥੋਂ ਦੇ ਲੋਕਾਂ ਨੂੰ ਬਲੈਕ ਪੀਪਲ ਬੋਲਦੇ ਨੇ। ਪਰ ਇਹਨਾਂ ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਇਹਨਾਂ ਸਾਰਿਆਂ ਨੂੰ ਬਰਾਬਰ ਮੰਨਾਂਗੇ ਜੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਨਸਾਨ ਮੰਨਾਂਗੇ। ਕਿ ਚਾਹੇ ਕੋਈ ਦੱਖਣੀ ਅਫਰੀਕਾ ਦੇ ਵਿੱਚ ਰਹਿ ਰਿਹਾ ਹੈ, ਚਾਹੇ ਕੋਈ ਚੀਨ ਦੇ ਵਿੱਚ ਰਹਿ ਰਿਹਾ ਹੈ, ਚਾਹੇ ਕੋਈ ਹਿੰਦੁਸਤਾਨ ਦੇ ਵਿੱਚ ਰਹਿ ਰਿਹਾ ਹੈ, ਕੁਦਰਤੀ ਤੌਰ ਤੇ ਇਹ ਸਾਰੇ ਮਨੁੱਖ ਸਮਾਨ ਹਨ। ਸਾਡਾ ਜਿਹੜਾ ਨਿਸ਼ਾਨਾ ਹੈ ਉਹ ਕੀ ਹੈ ਕਿ ਚਾਹੇ ਮਨੁੱਖ ਜਿਸ ਮਰਜ਼ੀ ਖੇਤਰ ਦੇ ਵਿੱਚ ਰਹਿ ਰਿਹਾ ਹੈ, ਚਾਹੇ ਉਹ ਸਰੀਰਕ ਪੱਖੋਂ ਜਾਂ ਬੁੱਧੀ ਪੱਖੋਂ ਜਾਂ ਕਿਸੇ ਵੀ ਪੱਖੋਂ ਕੋਈ ਤੇਜ਼ ਹੈ, ਕੋਈ ਘੱਟ ਤੇਜ਼ ਹੈ, ਕੋਈ ਬਿਲਕੁਲ ਤੇਜ਼ ਨਹੀਂ ਹੈ, ਪਰ ਫਿਰ ਵੀ ਕੁਦਰਤੀ ਤੌਰ ਤੇ ਉਹਨਾਂ ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਹੋਣਾ ਚਾਹੀਦਾ ਹੈ। ਇਹ ਸਾਡਾ ਆਦਰਸ਼ ਹੋਣਾ ਚਾਹੀਦਾ ਹੈ ਕਿ ਅਸੀਂ ਨਾ ਤਾਂ ਬਰਾਊਨ ਪੀਪਲ ਹਾਂ, ਨਾ ਹੀ ਅਸੀਂ ਯੈਲੋ ਪੀਪਲ ਹਾਂ, ਨਾ ਹੀ ਅਸੀਂ ਬਲੈਕ ਪੀਪਲ ਹਾਂ, ਨਾ ਹੀ ਅਸੀਂ ਵਾਈਟ ਪੀਪਲ ਹਾਂ। ਅਸੀਂ ਸਾਰੇ ਕੀ ਹਾਂ? ਅਸੀਂ ਸਾਰੇ ਹਿਊਮਨ ਹਾਂ, ਅਸੀਂ ਸਾਰੇ ਇਨਸਾਨ ਹਾਂ, ਅਸੀਂ ਸਾਰੇ ਵਿਅਕਤੀ ਹਾਂ ਜਿਸ ਨੂੰ ਕਿ ਕੁਦਰਤ ਨੇ ਬਣਾਇਆ ਹੈ, ਜਿਸ ਨੂੰ ਕਿ ਕੁਦਰਤ ਨੇ ਪੈਦਾ ਕੀਤਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਮਾਜਿਕ ਸਮਾਨਤਾ। ਸਮਾਜਿਕ ਸਮਾਨਤਾ ਤੋਂ ਭਾਵ ਹੈ ਸਮਾਜ ਵਿੱਚ ਰਹਿਣ ਵਾਲੇ ਸਾਰੇ ਮਨੁੱਖ ਬਰਾਬਰ ਸਮਝੇ ਜਾਣਗੇ। ਸਮਾਜ ਵਿੱਚ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮ ਦਾ ਭੇਦਭਾਵ ਨਹੀਂ ਕੀਤਾ ਜਾਏਗਾ। ਭਾਰਤ ਵਿੱਚ ਛੂਤ-ਛਾਤ ਦੀ ਪ੍ਰਥਾ ਬਹੁਤ ਪੁਰਾਣੀ ਸੀ, ਜਿਸ ਨੂੰ ਕਿ ਸੰਵਿਧਾਨ ਦੇ ਦੁਆਰਾ ਖਤਮ ਕੀਤਾ ਗਿਆ ਹੈ। ਭਾਰਤ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਸੀਗੀਆਂ, ਸਮਾਜਿਕ ਬੁਰਾਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਛੂਤ-ਛਾਤ ਜਿਹੜੀ ਸੀਗੀ ਸਭ ਤੋਂ ਘਟੀਆ ਇੱਕ ਕਹਿ ਲਓ ਕਿ ਬੁਰਾਈ ਸੀਗੀ, ਜਿਸ ਨੂੰ ਸੰਵਿਧਾਨ ਨੇ ਖਤਮ ਕੀਤਾ ਹੈ। ਸਮਾਜ ਦੇ ਵਿੱਚ ਸਾਰੇ ਵਿਅਕਤੀ ਬਰਾਬਰ ਹਨ, ਉਹਨਾਂ ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਂਦਾ ਹੈ। ਜਿਹੜੀਆਂ ਸਾਡੀਆਂ ਪਬਲਿਕ ਪਲੇਸਿਸ ਨੇ ਉੱਥੇ ਸਾਰਿਆਂ ਨੂੰ ਘੁੰਮਣ ਫਿਰਨ ਦਾ ਅਧਿਕਾਰ ਹੈ। ਬੇਟੇ ਜਿਹੜੇ ਸਾਨੂੰ 14 ਤੋਂ ਲੈ ਕੇ 35 ਤੱਕ ਅਧਿਕਾਰ ਮਿਲੇ ਹੋਏ ਹਨ ਉਹ ਸਾਰਿਆਂ ਵਾਸਤੇ ਬਰਾਬਰ ਹਨ, ਚਾਹੇ ਉਹ ਜਿਹੜੀ ਮਰਜ਼ੀ ਕਾਸਟ ਦਾ ਹੋਵੇ, ਚਾਹੇ ਉਹ ਜਿਹੜੇ ਮਰਜ਼ੀ ਧਰਮ ਦਾ ਹੋਵੇ, ਚਾਹੇ ਉਹ ਜਿਹੜੇ ਮਰਜ਼ੀ ਨਸਲ ਦਾ ਹੋਵੇ। ਸਾਡੇ ਸੰਵਿਧਾਨ ਨੇ ਸਾਰਿਆਂ ਨੂੰ ਬਰਾਬਰ ਸਮਾਜਿਕ ਸਮਾਨਤਾ ਦਿੱਤੀ ਹੋਈ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਨਾਗਰਿਕ ਸਮਾਨਤਾ। ਨਾਗਰਿਕ ਸਮਾਨਤਾ ਜਿਸ ਨੂੰ ਕਿ ਕਾਨੂੰਨੀ ਸਮਾਨਤਾ ਵੀ ਕਿਹਾ ਜਾਂਦਾ ਹੈ। ਕਾਨੂੰਨੀ ਸਮਾਨਤਾ ਤੋਂ ਭਾਵ ਹੈ ਕਾਨੂੰਨ ਸਾਹਮਣੇ ਸਾਰੇ ਬਰਾਬਰ ਮੰਨੇ ਜਾਣਗੇ। ਆਰਟੀਕਲ 17 ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਕਾਨੂੰਨ ਸਾਹਮਣੇ ਸਾਰੇ ਸਮਾਨ ਹਨ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਉੱਚੀ ਜਾਤੀ ਦਾ ਹੈ, ਚਾਹੇ ਨੀਵੀਂ ਜਾਤੀ ਦਾ ਹੈ, ਚਾਹੇ ਕੋਈ ਔਰਤ ਹੈ, ਚਾਹੇ ਕੋਈ ਮਰਦ ਹੈ, ਚਾਹੇ ਕੋਈ ਜਿਹੜੇ ਮਰਜ਼ੀ ਖੇਤਰ ਦਾ ਨਾਲ ਸੰਬੰਧ ਰੱਖਦਾ ਹੋਵੇ, ਉਹ ਸਾਰੇ ਜਾਣੇ ਕਾਨੂੰਨ ਸਾਹਮਣੇ ਬਿਲਕੁਲ ਬਰਾਬਰ ਮੰਨੇ ਜਾਣਗੇ। ਜੇਕਰ ਕੋਈ ਕ੍ਰਾਈਮ ਕਰਦਾ ਹੈ, ਕਿਸੇ ਵੀ ਕਿਸਮ ਦਾ ਵਿਤਕਰਾ ਕਿਸੇ ਨਾਲ ਵੀ ਕਾਨੂੰਨ ਜਿਹੜਾ ਹੈ ਉਹ ਨਹੀਂ ਕਰਦਾ। ਕਾਨੂੰਨ ਦੇ ਮੁਤਾਬਿਕ ਗੁਨਾਹ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਤੋਂ ਬਾਅਦ ਆਪਾਂ ਪੜਾਂਗੇ ਰਾਜਨੀਤਿਕ ਸਮਾਨਤਾ। ਰਾਜਨੀਤਿਕ ਸਮਾਨਤਾ ਜਿਹੜਾ ਕਿ ਤੁਹਾਡਾ ਸਾਰਿਆਂ ਦਾ, ਸਾਡਾ ਸਾਰਿਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਅਧਿਕਾਰ ਵੀ ਹੈ। ਅਤੇ ਰਾਜਨੀਤਿਕ ਸਮਾਨਤਾ ਤੋਂ ਭਾਵ ਹੈ ਕਿ ਸਾਰੇ ਵਿਅਕਤੀਆਂ ਨੂੰ ਬਰਾਬਰ ਦੇ ਰਾਜਨੀਤਿਕ ਅਧਿਕਾਰ ਦਿੱਤੇ ਗਏ ਹਨ। ਰਾਜਨੀਤਿਕ ਤੌਰ ਤੇ ਸਾਰੇ ਸਮਾਨ ਹਨ। ਹਰ 18 ਸਾਲ ਦਾ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ, ਉਸ ਨੂੰ ਬਿਨਾਂ ਕਿਸੇ ਭੇਦਭਾਵ ਦੇ ਚੋਣਾਂ ਵਿੱਚ ਖੜੇ ਹੋਣ ਦਾ ਅਧਿਕਾਰ ਹੈ,
ਵੋਟ ਪਾਉਣ ਦਾ ਅਧਿਕਾਰ ਹੈ, ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ, ਸਰਕਾਰ ਦੇ ਕੰਮਾਂ ਦੀ ਪ੍ਰੇਸ ਕਰਨ ਦਾ ਅਧਿਕਾਰ ਹੈ, ਉਸ ਨੂੰ ਸੰਘ ਬਣਾਉਣ ਦਾ ਅਧਿਕਾਰ ਹੈ, ਸਮੁਦਾਇ ਬਣਾਉਣ ਦਾ ਅਧਿਕਾਰ ਹੈ। ਸੋ ਸਾਰਿਆਂ ਨੂੰ ਚੋਣਾਂ ਵਿੱਚ ਵੋਟ ਦੇਣ, ਚੋਣ ਲੜਨ ਅਤੇ ਯੋਗਤਾ ਦੇ ਆਧਾਰ ਤੇ ਸਰਵਜਨਿਕ ਅਹੁਦੇ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ। ਕਿਸੇ ਵੀ ਨਾਗਰਿਕ ਨੂੰ ਇਸ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਹਾਂ, ਸਿਰਫ ਕੁਝ ਕੈਟਾਗਰੀਜ਼ ਨੇ, ਜਿਵੇਂ ਪਾਗਲ ਨੇ ਜਾਂ ਨਾਬਾਲਗ ਨੇ। ਜੇ ਨਾਬਾਲਗ ਤੋਂ ਭਾਵ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਜਾਂ ਜਿਹੜੇ ਕੁਝ ਅਪਰਾਧੀ ਨੇ, ਉਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ, ਜਾਂ ਕਹ ਲਓ ਕਿ ਰਾਜਨੀਤਿਕ ਸਮਾਨਤਾ ਜਾਂ ਰਾਜਨੀਤਿਕ ਅਧਿਕਾਰ ਨਹੀਂ ਦਿੱਤੇ ਗਏ, ਕਿਉਂਕਿ ਸਰਕਾਰ ਨੂੰ ਇਹ ਲੱਗਦਾ ਹੈ ਕਿ ਪਾਗਲ ਵਿਅਕਤੀ ਜਾਂ ਨਾਬਾਲਗ ਜਾਂ ਜਿਹੜੇ ਅਪਰਾਧੀ ਨੇ ਉਹ ਇਸ ਅਧਿਕਾਰ ਦੀ ਸਹੀ ਵਰਤੋਂ ਨਹੀਂ ਕਰ ਸਕਦੇ। ਸੋ ਭਾਰਤ ਵਿੱਚ ਰਾਜਨੀਤਿਕ ਸਮਾਨਤਾ ਜਿਹੜੀ ਹੈ ਉਹ ਸਾਰੇ ਲੋਕਾਂ ਵਾਸਤੇ ਬਰਾਬਰਤਾ ਦਾ ਅਧਿਕਾਰ ਰੱਖਦੀ ਹੈ, ਸਾਰਿਆਂ ਨੂੰ ਬਰਾਬਰ ਸਮਝਦੀ ਹੈ। ਉਸ ਤੋਂ ਬਾਅਦ ਆਪਣੇ ਕੋਲ ਹੈ ਆਰਥਿਕ ਸਮਾਨਤਾ। ਬੇਟੇ, ਆਰਥਿਕ ਦਾ ਮਤਲਬ ਹੁੰਦਾ ਹੈ ਤੁਹਾਨੂੰ ਕਿਸੇ ਵੀ ਕੰਮ ਕਰਨ ਦੀ ਖੁੱਲ੍ਹ ਪ੍ਰਾਪਤ ਹੋਣਾ। ਆਪਣੀ ਯੋਗਤਾ ਦੇ ਆਧਾਰ ਤੇ ਤੁਸੀਂ ਕੋਈ ਵੀ ਕੰਮ ਪ੍ਰਾਪਤ ਕਰ ਸਕਦੇ ਹੋ, ਪੈਸਾ ਕਮਾ ਸਕਦੇ ਹੋ। ਇਸ ਨੂੰ ਆਪਾਂ ਕਹਿੰਦੇ ਆ ਆਰਥਿਕ ਸਮਾਨਤਾ। ਆਰਥਿਕ ਸਮਾਨਤਾ ਤੋਂ ਮਤਲਬ ਇਹ ਨਹੀਂ ਕਿ ਸਾਰਿਆਂ ਦੀ ਬਰਾਬਰ ਆਮਦਨ ਹੋਵੇ ਜਾਂ ਸਭ ਕੋਲ ਇੱਕੋ ਜਿਹੀ ਸੰਪਤੀ ਹੋਵੇ, ਸਗੋਂ ਆਰਥਿਕ ਸਮਾਨਤਾ ਤੋਂ ਭਾਵ ਹੈ ਸਮਾਜ ਵਿੱਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਆਪਣੇ ਜੀਵਨ ਦੀਆਂ ਬੁਨਿਆਦੀ ਲੋੜਾਂ ਕਿਹੜੀਆਂ ਨੇ? ਰੋਟੀ, ਕੱਪੜਾ ਤੇ ਮਕਾਨ, ਇਹ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ। ਅਤੇ ਆਰਥਿਕ ਸਾਧਨਾਂ ਉੱਪਰ ਕਿਸੇ ਇੱਕ ਵਿਅਕਤੀ, ਇੱਕ ਸੰਸਥਾ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਸਗੋਂ ਸਾਰੇ ਸਮਾਜ ਦਾ ਅਧਿਕਾਰ ਹੋਣਾ ਚਾਹੀਦਾ ਹੈ। ਔਰਤਾਂ ਅਤੇ ਪੁਰਸ਼ਾਂ ਦੇ ਵਿੱਚ ਬਰਾਬਰ ਤਨਖਾਹ ਹੋਣੀ ਚਾਹੀਦੀ ਹੈ। ਜੇ ਉਹ ਇੱਕੋ ਹੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਨ, ਇੱਕੋ ਜਿਹੀਆਂ ਨੌਕਰੀਆਂ ਕਰ ਰਹੇ ਹਨ, ਤਾਂ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਵੀ ਬਰਾਬਰ ਹੋਣੀ ਚਾਹੀਦੀ ਹੈ। ਸਾਰੇ ਲੋਕਾਂ ਨੂੰ ਬਰਾਬਰ ਨੌਕਰੀ ਮਿਲਣ ਦੀ ਅਧਿਕਾਰ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਇਸ ਨੂੰ ਆਪਾਂ ਕਹਿੰਦੇ ਆ ਆਰਥਿਕ ਸਮਾਨਤਾ। ਆਰਥਿਕ ਸਮਾਨਤਾ ਜਿਹੜੀ ਕਿ ਸਾਨੂੰ ਸਾਰਿਆਂ ਨੂੰ ਪੈਸੇ ਪੱਖੋਂ ਬਰਾਬਰ ਕਰਦੀ ਹੈ। ਇਸ ਤੋਂ ਬਾਅਦ ਆਪਣਾ ਜਿਹੜੇ ਕੁਐਸਚਨ ਨੇ ਇਹ ਤੁਸੀਂ ਸਾਰਿਆਂ ਨੇ ਆਪਣੀ ਕਾਪੀ ਦੇ ਉੱਪਰ ਨੋਟ ਕਰਨੇ ਹਨ। ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀ ਤੇ ਨੋਟ ਤੁਸੀਂ ਕਰਨੇ ਨੇ ਕਿ ਸਮਾਨਤਾ ਤੋਂ ਕੀ ਭਾਵ ਹੈ। ਜੋ ਤੁਸੀਂ ਸਲਾਈਡਸ ਪੜ੍ਹੀਆਂ ਨੇ, ਜੋ ਤੁਸੀਂ ਸਲਾਈਡਸ ਤੋਂ ਆਪਣੀ ਕਾਪੀ ਉੱਪਰ ਨੋਟ ਕੀਤਾ ਹੈ, ਉਹਨਾਂ ਦੇ ਆਧਾਰ ਤੇ ਹੀ ਤੁਸੀਂ ਇਸ ਤੇ ਆਪਣੇ ਜਿਹੜੇ ਕੁਐਸਚਨ ਨੇ ਉਹ ਆਪਣੀ ਕਾਪੀ ਉੱਪਰ ਕਰਨੇ ਹਨ। ਪ੍ਰੋਫੈਸਰ ਅਸ਼ੀਰਵਾਦਨ ਦੀ ਸਮਾਨਤਾ ਸੰਬੰਧੀ ਪਰਿਭਾਸ਼ਾ ਦੱਸੋ। ਸਮਾਨਤਾ ਕਿੰਨੀ ਤਰ੍ਹਾਂ ਦੀ ਹੁੰਦੀ ਹੈ? ਜਿਵੇਂ ਕਿ ਸਮਾਨਤਾ 5 ਤਰ੍ਹਾਂ ਦੀ ਹੁੰਦੀ ਹੈ। ਕਿਹੜੇ ਵਿਅਕਤੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਹੈ ਅਤੇ ਰਾਜਨੀਤਿਕ ਸਮਾਨਤਾ ਤੋਂ ਕੀ ਭਾਵ ਹੈ। ਸੋ ਬੇਟੇ, ਇਹ ਸੀ ਤੁਹਾਡਾ ਸਮਾਨਤਾ ਦਾ ਅਰਥ ਅਤੇ ਸਮਾਨਤਾ ਦੀਆਂ ਕਿਸਮਾਂ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ, ਇਹ ਟੌਪਿਕ ਸਮਾਨਤਾ ਦਾ ਅਰਥ ਅਤੇ ਇਹਦੀਆਂ ਕਿਸਮਾਂ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਜਾਂ ਕਿਸੇ ਨੂੰ ਕੋਈ ਚੀਜ਼ ਨਹੀਂ ਸਮਝ ਆਈ ਤਾਂ ਉਹ ਮੈਨੂੰ ਫੋਨ ਕਰ ਸਕਦੇ ਹਨ ਜਾਂ ਮੇਰੇ ਨਾਲ ਡਿਸਕਸ ਕਰ ਸਕਦੇ ਹਨ। ਥੈਂਕ ਯੂ ਸੋ ਮਚ।